ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੁਨ ਬੀਬੀ ਅਮਰੋ ਕਹਿਓ ਸ਼੍ਰੀ ਨਾਨਕ ਪੂਰੇ
तिनहा बनायो शब्द को जिस मह फल रूरे सुन बीबी अमरो कहयो श्री नानक पूरे तिनहा बनायो शब्द को जिस मह फल रूरे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ ਕਰੁਣਾ ਨਿਦਾਨ ਜਗ ਦਾਤੇ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਗੁਰੂ ਗਰੀਬ ਨਵਾਜ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰ ਕਰਦੀਆਂ ਸਿਫਤ ਵਡਿਆਈਆਂ ਕਥਾ ਕਹਾਣੀਆਂ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਆਪ ਕਾਫੀ ਲੰਮੇ ਸਮੇਂ ਤੋਂ ਸ਼ਰਵਣ ਕਰ ਰਹੇ ਹੋ। ਮਹਾਰਾਜ ਦੀ ਪਾਵਨ ਸੋਭਾ ਸ਼ਰਵਣ ਕਰਦਿਆਂ ਪਾਵਨ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਆਪਣੇ ਮਨੁੱਖਾ ਸਰੀਰ ਨੂੰ ਸਵਾਸਾਂ ਨੂੰ ਸਮੇਂ ਨੂੰ ਸਫਲਿਆ ਕੀਤਾ ਹੈ। ਜਥਾ ਪ੍ਰਸੰਗ ਆਪਾਂ ਕੱਲ ਖਾਲਸਾ ਜੀ ਵਿਚਾਰ ਕੀਤਾ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਸੁੰਦਰ ਤਖਤ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਲਾ ਕਰਕੇ ਬੇਅੰਤ ਜੀਵਾਂ ਦਾ ਕਲਿਆਣ ਕੀਤਾ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਮੁੱਢਲੀ ਜੀਵਨ ਗਾਥਾ ਕਵੀ ਜੀਆਂ ਪਹਿਲੀ ਰਾਸ 15ਵੇਂ ਅੰਸੂ ਵਿੱਚ ਵਰਣਨ ਕੀਤੀ ਹੈ। ਕਿਵੇਂ ਸਾਰੀ ਉਮਰ ਗੰਗਾ ਦਾ ਇਸ਼ਨਾਨ ਕੀਤਾ। 20ਵੀਂ ਵਾਰ ਇੱਕ ਬ੍ਰਹਮਚਾਰੀ ਦੀ ਸੰਗਤ ਕਰਨ ਤੇ ਪਤਾ ਲੱਗਿਆ ਕਿ ਅਸੀਂ ਨਗੁਰੇ ਹਾਂ ਤੇ ਨਗੁਰਾ ਜਿਹੜਾ ਵੈ ਉਹਦੀ ਕਿਸੇ ਪ੍ਰਕਾਰ ਵੀ ਕਲਿਆਣ ਨਹੀਂ। ਜਦੋਂ ਇਹ ਬਚਨ ਬ੍ਰਹਮਚਾਰੀ ਦੇ ਸੁਣੇ ਬਹੁਤ ਦੁੱਖ ਲੱਗਾ ਮਨਾ। ਕਿੰਨੀ ਤੇਰੀ ਉਮਰ ਹੋ ਗਈ ਹੈ ਅਜੇ ਵੀ ਨਗੁਰਾ ਹੈ। ਪੂਰਾ ਗੁਰੂ ਲੱਭਣਾ ਚਾਹੀਏ। ਪੂਰੇ ਗੁਰਾਂ ਦੀ ਭਾਲ ਵਿੱਚ ਮਨ ਬਹੁਤ ਵਿਆਕੁਲ ਹੋ ਰਿਹਾ ਸ਼੍ਰੀ ਅਮਰਦਾਸ ਜੀ ਸਤਿਪੁਰਖਾਂ ਦਾ ਸਤਿਗੁਰਾਂ ਦਾ। ਔਰ ਖਾਣਾ ਵੀ ਭੁੱਲ ਗਿਆ, ਪੀਣਾ, ਹੱਸਣਾ ਸੌਣਾ ਸਭ ਭੁੱਲ ਗਿਆ ਹੈ। ਇੱਕ ਰਾਤ ਇਉਂ ਬਤੀਤ ਹੋ ਗਈ, ਦਿਨ ਚੜ੍ਹਿਆ ਫੇਰ ਚੈਨ ਨਾ ਆਵੇ। ਦਿਨ ਵੀ ਬਤੀਤ ਹੋਇਆ ਵਿਆਕੁਲਤਾ ਦੇ ਵਿੱਚ ਹੀ। ਔਰ ਫਿਰ ਜਦੋਂ ਦੂਜੀ ਰਾਤ ਪਈ ਸਾਰੀ ਰਾਤ ਜਾਗਦੇ ਰਹੇ। ਇੱਧਰ ਜਦ ਤੜਕਾ ਹੋਇਆ ਪਹਿਰ ਰਾਤ ਅਜੇ ਬਾਕੀ ਸੀਗੀ। ਬਾਬਾ ਅਮਰਦਾਸ ਜੀਆਂ ਦੇ ਭਰਾਤਾ ਦੇ ਪੁੱਤਰ ਦੇ ਨਾਲ ਵਿਆਹੇ ਹੋਏ ਸਨ ਬੀਬੀ ਅਮਰੋ ਜੀ, ਜਿਹੜੇ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਸੁਪੁੱਤਰੀ ਹਨ। ਬੀਬੀ ਅਮਰੋ ਜੀ ਦਾ ਸੁਭਾਅ ਬਹੁਤ ਸ਼੍ਰੇਸ਼ਟ ਸੁੰਦਰ ਹੈ। ਬਾਣੀ ਕੀ ਬੰਦਗੀ ਦੀ ਭਗਤੀ ਦੀ ਮੂਰਤ ਸਨ। ਤੜਕੇ ਉੱਠੇ ਹੈ, ਨਾਲੇ ਕੰਮਕਾਰ ਕਰ ਰਹੇ ਹੈ ਔਰ ਨਾਲ ਨਾਲ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਬਾਣੀ ਗਾਉਂਦੇ ਆ। ਜਦੋਂ ਖਾਲਸਾ ਜੀ ਬਹੁਤ ਵਿਆਕੁਲ ਹੋਏ ਹਿਰਦੇ ਨੂੰ ਸਤਿਗੁਰਾਂ ਦੀ ਬਾਣੀ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ
ਹਰ ਹਰ ਨਾਮ ਧਿਆਏ ਰਾਮ। ਸਤਿਗੁਰਾਂ ਦੀ ਪਾਵਨ ਬਾਣੀ ਦੀ ਇਹ ਮਹਿਮਾ ਹੈ। ਜਦੋਂ ਬਾਣੀ ਸੁਣੀ ਬਾਬਾ ਅਮਰਦੇਵ ਜੀਆਂ ਨੇ ਬਹੁਤ ਪ੍ਰਸੰਨ ਹੋਏ, ਹਿਰਦਾ ਸ਼ਾਂਤ ਹੋਇਆ। ਮੰਜੇ ਤੋਂ ਉੱਠ ਕੇ ਜਿੱਧਰ ਆਵਾਜ਼ ਆਉਂਦੀ ਹੈ, ਜਿੱਥੇ ਬੀਬੀ ਅਮਰੋ ਜੀ ਦੁੱਧ ਰਿੜਕ ਰਹੇ ਹਨ, ਉਸ ਪਾਸੇ ਨੂੰ ਦਾ ਤੁਰੇ ਔਰ ਲੱਜਾ ਰੱਖਦੇ ਆ ਇੱਕ ਰੁੱਖ ਦੇ ਓਹਲੇ ਹੋ ਕਰਕੇ ਬਾਣੀ ਸੁਣਦੇ ਆ। ਬੀਬੀ ਅਮਰੋ ਜੀ ਦੁੱਧ ਰਿੜਕ ਰਹੇ ਆ, ਨਾਲ ਸ਼ਬਦ ਗਾ ਰਹੇ ਆ ਮਾਰੂ ਰਾਗ ਦਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉ ਜਿਉ ਕਿਰਤ ਚਲਾਏ ਤਿਉ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਪਾਵਨ ਪਵਿੱਤਰ ਸ਼ਬਦ ਸੁਣ ਕਰਕੇ ਵਿਚਾਰ ਕੀਤੀ ਵੀ ਇਹ ਤਾਂ ਸਤਿਗੁਰਾਂ ਨੇ ਮੇਰਾ ਹੀ ਸਾਰਾ ਹਾਲ ਬਿਆਨ ਕੀਤਾ ਸ਼ਬਦ ਵਿੱਚ। ਜਾਲੀ ਰੈਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗ ਹੈ ਨਿਤ ਫਸ ਹੈ, ਛੂਟਸ ਮੂੜੇ ਕਵਣ ਗੁਣੀ। ਤੇ ਪੁੱਛਿਆ ਫਿਰ, ਪੁੱਤਰੀ ਕਿਹਨਾਂ ਦੀ ਬਾਣੀ ਗਾਉਂਦੇ ਹੋ, ਤੁਹਾਨੂੰ ਕਿਵੇਂ ਪ੍ਰਾਪਤ ਹੋਈ ਹੈ ਬਾਣੀ? ਬੀਬੀ ਅਮਰੋ ਜੀਆਂ ਫਿਰ ਦੱਸਿਆ, ਹੈ ਪਿਤਾ ਸਦਰਸ ਬਾਬਾ ਅਮਰਦਾਸ ਜੀ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਪਾਵਨ ਬਾਣੀ ਹੈ। ਉਹਨਾਂ ਦਾ ਦੂਸਰਾ ਸਰੂਪ ਹਨ ਸਾਡੇ ਗੁਰਪਿਤਾ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਇਹ ਪਾਵਨ ਬਾਣੀ ਸਾਨੂੰ ਕੰਠ ਕਰਵਾਈ ਹੈ। ਇਹ ਉਹ ਪਾਵਨ ਪਵਿੱਤਰ ਬਾਣੀ ਹੈ ਜਿਹੜੇ ਪਾਪੀਆਂ ਦੋਸ਼ੀਆਂ ਦੇ ਔਗਣ ਮਾਫ ਕਰਨ ਵਾਲੀ ਹੈ, ਕਾਲੇ ਹਿਰਦੇ ਵੀ ਪਵਿੱਤਰ ਕਰਨ ਵਾਲੀ ਇਹ ਪਾਵਨ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਹੈ। ਤੇ ਬਾਬਾ ਅਮਰਦਾਸ ਜੀ ਕਹਿੰਦੇ, ਪੁੱਤਰੀ ਇਹ ਤਿਉਂ ਪ੍ਰਤੀਤ ਹੁੰਦਾ ਜਿਵੇਂ ਸੱਚੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਸਾਡਾ ਹੀ ਸਾਰਾ ਹਾਲ ਇਸ ਸ਼ਬਦ ਵਿੱਚ ਬਿਆਨ ਕੀਤਾ ਹੋਵੇ, ਮਾਨੋ ਸਾਡੇ ਵਾਸਤੇ ਇਹ ਸ਼ਬਦ ਉਚਾਰਿਆ ਹੈ। ਇਹ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਹੈ। ਅੱਗੇ ਫਿਰ ਬਾਬਾ ਅਮਰਦਾਸ ਜੀ ਆਖਿਆ ਬੀਬੀ ਅਮਰੂ ਜੀਆਂ ਨੂੰ ਕਿ ਪੁੱਤਰੀ ਸਾਨੂੰ ਇਹੋ ਜਿਹੇ ਪੂਰੇ ਸਤਿਗੁਰਾਂ ਦੇ ਦਰਸ਼ਨ ਕਰਵਾਓ। ਇਉਂ ਇਹਨਾਂ ਦਾ ਕਹਿਣਾ ਮੰਨ ਕਰਕੇ ਬੀਬੀ ਅਮਰੋ ਜੀ ਫਿਰ ਇਸੇ ਪ੍ਰਕਾਰ ਗਏ। ਬਾਬਾ ਅਮਰਦਾਸ ਜੀਆਂ ਨੂੰ ਨਾਲ ਲੈ ਕੇ ਉਹ ਅੱਗੇ ਜਿਵੇਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨਾਲ ਸ਼੍ਰੀ ਅਮਰਦਾਸ ਜੀਆਂ ਦਾ ਮਿਲਾਪ ਹੁੰਦਾ, ਸਾਰਾ ਪ੍ਰਸੰਗ ਅੱਗੇ ਆ ਰਿਹਾ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰੋ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰਾਂ ਨੂੰ ਹਿਰਦੇ ਵਿੱਚ ਵਸਾਓ। ਸਭ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਬੀਬੀ ਅਮਰਿਓ ਸ਼੍ਰੀ ਨਾਨਕ ਪੂਰੇ। ਇਉਂ ਸੁਣ ਕਰਕੇ ਧੰਨ ਅਮਰਦਾਸ ਜੀ ਸਤਿਗੁਰਾਂ ਪਾਸੋਂ ਜਦੋਂ ਸੁਣਿਆ ਹੈ ਕਿ ਇਹ ਤਾਂ ਮਾਨੋ ਸ਼ਬਦ ਪੁੱਤਰੀ ਸਾਡੇ ਵਾਸਤੇ ਬਣਾਇਆ ਹੋਵੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ, ਕੈਸੇ ਹਨ ਉਹ ਸਤਿਗੁਰੂ ਜਿਨ੍ਹਾਂ ਦੀ ਗੁਰਬਾਣੀ ਇੰਨਾ ਆਨੰਦ ਦਿੰਦੀ ਹੈ, ਉਹਨਾਂ ਦੇ ਦਰਸ਼ਨ ਕਿੱਡੇ ਆਨੰਦਮਈ ਹੋਣਗੇ। ਬਾਬਾ ਅਮਰਦਾਸ ਜੀਆਂ ਤੋਂ ਸੁਣ ਕਰਕੇ ਬੀਬੀ ਅਮਰੋ ਜੀ ਬੋਲੇ ਹੈ, ਹੇ ਬਾਬਾ ਜੀ ਪਿਤਾ ਸਦਰਸ, ਇਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਜਿਹੜੇ ਪੂਰੇ ਸਤਿਗੁਰੂ ਹਨ, ਜਿਨ੍ਹਾਂ ਬਣਾਇਓ ਸ਼ਬਦ ਕੋ। ਇਹ ਜਿਹੜਾ ਅਸੀਂ ਸ਼ਬਦ ਗਾਇਆ ਹੈ, ਤੁਸੀਂ ਸੁਣਿਆ ਹੈ, ਇਹ ਉਹਨਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਦਾ ਉਚਾਰਿਆ ਮੁਖੋਂ ਸ਼ਬਦ ਹੈ। ਜਿਸ ਮਹਿਫਲ ਰੂਰੇ, ਜਿਸ ਸ਼ਬਦ ਨੂੰ ਪੜ੍ਹੇ ਦੇ ਸੁਣੇ ਦੇ ਬੜੇ ਰੂਰੇ ਕਈਏ ਸੁੰਦਰ ਫਲ ਹਨ, ਬੜਾ ਫਲ ਮਿਲਦਾ ਹੈ। ਅਪਰ ਬਹੁਤ ਬਾਣੀ ਬਣੀ, ਤੇ ਹੋਰ ਵੀ ਇਹੀ ਨਹੀਂ, ਹੋਰ ਬੜੀ ਬਾਣੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤੀ ਹੈ। ਤਿਨ ਕੇ ਮੁਖ ਦੁਆਰਾ, ਆ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਾਵਨ ਮੁਖਾਰ ਬਿੰਦ ਤੋਂ ਮਾਨੋ ਅਕਾਲ ਪੁਰਖ ਨੇ ਬੇਅੰਤ ਬਾਣੀ ਉਚਾਰਨ ਕੀਤੀ ਹੈ। ਇਕੱਲਾ ਇਹੀ ਸ਼ਬਦ ਨਹੀਂ,
ਹੇ ਬਾਬਾ ਜੀ, ਹੋਰ ਵੀ ਬੇਅੰਤ ਬਾਣੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਹੈ, ਜਿਸਕੇ ਪਠੇ ਬੇ ਪ੍ਰੇਮ ਤੇ ਜਿਹੜੀ ਬਾਣੀ ਨੂੰ ਕੋਈ ਪ੍ਰੇਮ ਦੇ ਨਾਲ ਪੜ੍ਹ ਕੇ ਵੇਖੇ ਤੇ ਭਾਉ ਜਲ ਨਿਸਤਾਰਾ ਇਸ ਸੰਸਾਰ ਤੋਂ ਜਿਹੜਾ ਵੈ ਉਧਾਰਾ ਹੋ ਜਾਂਦਾ ਹੈ ਉਸ ਜੀਵ ਦਾ। ਸੁਨ ਹੈ ਪਠ ਹੈ ਮੇਰੋ ਪਿਤਾ ਤੇ ਇਹ ਜਿਹੜੀ ਬਾਣੀ ਹੈ ਉਹ ਸਾਡੇ ਪਿਤਾ ਜੀ ਜਦੋਂ ਭਾਈ ਲਹਿਣਾ ਦੇ ਰੂਪ ਵਿੱਚ ਸਨ ਨਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਇਹ ਸਾਰੀ ਬਾਣੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਸੁਣੀ ਹੋਈ ਹੈ ਤੇ ਪੜ੍ਹਦੇ ਰਹੇ ਹਨ ਸਾਡੇ ਗੁਰਪਿਤਾ ਜੀ। ਮਨ ਪ੍ਰੇਮ ਵਿਸਾਲਾ ਜਿਨ੍ਹਾਂ ਦੇ ਮਨ ਵਿੱਚ ਗੁਰਬਾਣੀ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪ੍ਰਥਾਏ ਡਾਢਾ ਪ੍ਰੇਮ ਹੈ। ਗਾਏ ਰਬਾਬੀ ਤਨਹਾ ਟਿਕ ਤੇ ਸਾਡੇ ਗੁਰਪਿਤਾ ਦੀ ਹਜੂਰ ਰਬਾਬੀ ਜਿਹੜੇ ਹਨ ਨਾ ਕੀਰਤਨੀਏ ਸਿੱਖ, ਉਹ ਇਹੋ ਜੀ ਬੇਅੰਤ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਖਡੂਰ ਸਾਹਿਬ ਕੀਰਤਨ ਕਰਦੇ ਹਨ। ਥਿਤ ਦੋਨਹ ਕਾਲਾ ਦੋਵੇਂ ਕਾਲਾ ਭਾਵ ਕੇ ਬੈਠ ਕਰਕੇ ਸੁਬਾਹ ਵੀ ਤੇ ਸ਼ਾਮ ਵੀ, ਸੰਧਿਆ ਤੇ ਅੰਮ੍ਰਿਤ ਵੇਲੇ, ਦੋਵੇਂ ਵੇਲੇ ਹੀ ਇਹ ਖਡੂਰ ਸਾਹਿਬ ਐਸੀ ਬੇਅੰਤ ਬਾਣੀ ਗਾਈ ਜਾਂਦੀ ਹੈ ਕੀਰਤਨੀਆਂ ਦੇ ਦੁਆਰਾ। ਸ਼੍ਰੀ ਸਤਿਗੁਰ ਨਾਨਕ ਅਬੈ ਤੇ ਜਿਹੜੇ ਧੰਨ ਸਾਹਿਬ ਸ੍ਰੀ ਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਨ, ਬੈਕੁੰਠ ਪਧਾਰੇ ਹੇ ਬਾਬਾ ਜੀ, ਉਹ ਤਾਂ ਸੱਚਖੰਡ ਪਿਆਨਾ ਕਰ ਗਏ ਐ ਨਿਜ ਸਥਾਨ ਨਿਜ ਜੋਤ ਦੇ ਤੇ ਆਪਦੇ ਥਾਵੇਂ ਆਪਣੀ ਜਿਹੜੀ ਜੋਤ ਅਕਾਲੀ ਜੋਤ ਦੇ ਕਰਕੇ ਮਮ ਪਿਤਾ ਬਿਠਾਰੇ ਸਾਡੇ ਗੁਰਪਿਤਾ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਆਪਦੇ ਥਾਵੇਂ ਤਖਤ ਤੇ ਬਿਠਾ ਕੇ ਗਏ ਆ ਸਤਿਗੁਰੂ ਨਾਨਕ ਦੇਵ ਜੀ। ਤਿਨਹਾ ਨਿਕਟ ਤੇ ਕੰਠ ਕਰ ਤੇ ਇਹੋ ਜੇ ਗੁਰਪਿਤਾ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਸਾਡੇ ਜੋ ਪਿਤਾ ਹਨ ਸੰਸਾਰੀ ਰਿਸ਼ਤੇ ਵਿੱਚ। ਤੇ ਬੀਬੀ ਅਮਰੋ ਜੀ ਕਹਿੰਦੇ ਹੈ ਬਾਬਾ ਅਮਰਦਾਸ ਜੀ, ਉਹ ਸਾਡੇ ਜੋ ਪਿਤਾ ਹਨ, ਉਹਨਾਂ ਦੇ ਜਦੋਂ ਅਸੀਂ ਕੁਆਰੇ ਹੁੰਦਿਆਂ ਘਰ ਵਿੱਚ ਰਹਿੰਦੇ ਸੀ, ਉਹਨਾਂ ਦੇ ਮੁਖੋਂ ਸੁਣਦੇ ਹੁੰਦੇ ਸੀ। ਸਾਡੇ ਪਿਤਾ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹ ਸਾਰੀ ਬਾਣੀ ਕੰਠ ਕਰਵਾਈ ਹੈ। ਬਹੁ ਸੁਨਤ ਰਹੰਤੀ ਤੇ ਜਦੋਂ ਅਸੀਂ ਬਚਪਨ ਵਿੱਚ ਛੋਟੇ ਹੁੰਦੇ ਸੀ, ਉਦੋਂ ਤੋਂ ਲੈ ਕੇ ਹੀ ਅਸੀਂ ਪਿਤਾ ਜੀ ਦੇ ਮੁਖਾਰ ਬਿੰਦ ਤੋਂ ਇਹੋ ਜੀ ਬਾਣੀ ਸੁਣ ਸੁਣ ਕੇ ਕੰਠ ਕੀਤੀ ਹੈ। ਸਤਿਗੁਰ ਗਿਰਾ ਪ੍ਰਚਾਰਤ ਹੈ ਤੇ ਜਿਹੜੇ ਸਤਿਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਹਨ, ਗਨ ਕਿਲੇ ਵਿਖਹੰਤੀ ਸਤਿਗੁਰਾਂ ਦੇ ਮੁਖ ਤੋਂ ਨਿਕਲੀ ਹੋਈ ਜਿਹੜੀ ਬਾਣੀ ਹੈ, ਕਿਲ ਨਿਸ਼ਚੇ ਕਰਕੇ ਵਿਖ ਵਿਉ ਵਰਗੇ ਜਿੰਨੇ ਪਾਪ ਵੈ ਸਾਰਿਆਂ ਨੂੰ ਹੰਤੀ ਨਾਸ਼ ਕਰਨ ਵਾਲੀ ਹੈ। ਇਹ ਇਹੋ ਜੀ ਬਾਣੀ ਵੈ ਜਿਹੜੇ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਤਾਣ ਫਿਟਕ ਫਿਟਕਾ ਕੋਟ ਬਦੀਆ ਸਦਾ ਸਦਾ ਅਭਿਮਾਨ ਭਾਰੀ ਬੱਜਰ ਪਾਪ ਮੰਨੇ ਗਏ ਹੈ। ਉਹਨਾਂ ਸਾਰਿਆਂ ਪਾਪਾਂ ਨੂੰ ਬਾਬਾ ਜੀ ਇਹ ਬਾਣੀ ਜਿਹੜੀ ਹੈ ਨਾਸ਼ ਕਰਨ ਵਾਲੀ ਹੈ। ਸੇਵਤ ਸਿੱਖ ਅਨੇਕ ਹੈ ਇਹੋ ਜਿਹੇ ਜਿਹੜੇ ਵੈ ਸਤਿਗੁਰੂ ਹਨ ਸਾਡੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਬੇਅੰਤ ਸਿੱਖ ਸੇਵਾ ਵਿੱਚ ਲੱਗੇ ਰਹਿੰਦੇ ਹਨ। ਜਿਨ ਕੇ ਵੱਡ ਭਾਗਾ ਕਿਹੜੇ ਸਿੱਖ ਸੇਵਾ ਕਰਦੇ? ਜਿਨ ਕੇ ਵੱਡ ਭਾਗਾ, ਜਿਨ੍ਹਾਂ ਦੇ ਵੱਡੇ ਹੀ ਭਾਗ ਹੁੰਦੇ ਆ, ਉਹ ਖਡੂਰ ਸਾਹਿਬ ਜਾ ਜਾ ਕੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਦੇ ਹਨ। ਸਰਬ ਵਿਕਾਰਨ ਤਿਆਗ ਕੈ ਸਾਰੇ ਵਿਸ਼ੇ ਵਿਕਾਰਾਂ ਨੂੰ ਤਿਆਗ ਛੱਡ ਕਰਕੇ ਮਨ ਸਿਮਰਨ ਜਾਗਾ ਤੇ ਉਹਨਾਂ ਸਿੱਖਾਂ ਦੇ ਮਨ ਵਿੱਚ ਸਿਮਰਨ ਦੀ ਫਿਰ ਜਾਗ ਲੱਗਦੀ ਵੈ। ਜਾਂ ਸਿਮਰਨ ਜਿਹੜਾ ਜਾਗ ਜਾਂਦਾ ਹੈ, ਸਿਮਰਨ ਕਰਨ ਵਿੱਚ ਮਤ ਉੱਠ ਜਾਂਦੀ ਹੈ। ਸੁਨਤ ਅਮਰ ਬੋਲੇ ਬਹਰ ਇਉਂ ਬੀਬੀ ਅਮਰੋ ਜੀਆਂ ਨੇ ਧੰਨ ਬਾਬਾ ਅਮਰਦਾਸ ਜੀ ਮਹਾਰਾਜ ਨੂੰ ਇਹ ਬਚਨ ਕਹੇ। ਸੁਣੇ ਜਦ ਬਾਬਾ ਅਮਰਦਾਸ ਜੀਆਂ, ਫਿਰ ਬੋਲੇ ਆ ਮੁਖ ਤੋਂ। ਦੋਹਿਤਾ ਸੁਨ ਲੀਜੈ ਦੋਹਿਤਾ ਪੁੱਤਰੀ ਨੂੰ ਕਹਿੰਦੇ ਵੈ, ਕਹਿੰਦੇ ਹੈ ਸਾਡੀ ਧੀਏ ਪੁੱਤਰੀ, ਸਾਡੀ ਇਹ ਬਾਤ ਸੁਣਨੀ ਕਰੋ। ਮੇਰੇ ਪਰ ਉਪਕਾਰ ਇਹੋ ਇਹ ਪੁੱਤਰੀ ਤੂੰ ਇਉਂ ਕਰ, ਮੇਰੇ ਤੇ ਇੱਕ ਪਰਉਪਕਾਰ ਕਰ, ਮੇਰਾ ਭਲਾ ਕਰ ਦੇ, ਇੱਕ ਕੰਮ ਕਰ। ਕਰਨਾ ਕਰ ਕੀਜੈ ਇਹ ਕਾਰ ਜਿਹੜਾ ਨਾ ਮੇਰੇ ਤੇ ਪਰਉਪਕਾਰ ਭਲੇ ਦਾ ਕੰਮ ਵੈ, ਮੇਰੇ ਤੇ ਕਿਰਪਾ ਦਇਆ ਕਰਕੇ ਕਰ ਦੇਵੋ। ਲੈ ਹੋ ਸੰਗ ਤਹ ਕੋ ਚੱਲਾ ਮੈਨੂੰ ਨਾਲ ਲੈ ਕਰਕੇ ਤੇ ਉੱਥੇ ਲੈ ਜਾਓ ਜਿੱਥੇ ਪੂਰੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਵਾਸਾ ਹੈ। ਦੇਹ ਮੋਹਿ ਮਿਲਾਈ ਤੇ ਇਹ ਕਰਨਾ ਕਰ ਮੇਰੇ ਤੇ ਹੈ ਧੀਏ, ਮੈਨੂੰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਪੂਰੇ ਗੁਰਾਂ ਦਾ ਮਿਲਾਪ ਕਰਵਾ ਦੇ। ਦਰਸ਼ਨ ਕੀ ਪਿਆਸਾ ਲੱਗੀ ਮੇਰੇ ਹਿਰਦੇ ਵਿੱਚ ਦਰਸ਼ਨ ਦੀ ਬਹੁਤ ਪਿਆਸ ਲੱਗੀ ਹੋਈ ਹੈ। ਅਬ ਰਹਿਓ ਨ ਜਾਈ ਹੁਣ ਦਰਸ਼ਨਾਂ ਤੋਂ ਬਿਨਾਂ ਸਾਥੋਂ ਰਿਹਾ ਨਹੀਂ ਜਾਂਦਾ।
ਹੁਣ ਹੋਰ ਵਿਛੋੜਾ ਨਹੀਂ ਸਹਿਆ ਜਾਂਦਾ ਹੈ। ਬ੍ਰਿਧ ਅਨਾਥ ਅਜਾਨ ਮੈਂ, ਜਾਣ ਲੈ ਪੁੱਤਰੀ ਮੈਂ ਬ੍ਰਿਧ ਬਜ਼ੁਰਗ ਹਾਂ, ਉਮਰ ਵੇਖ ਮੇਰੀ ਕਿੰਨੀ ਹੋ ਚੁੱਕੀ ਹੈ। ਅਨਾਥ ਮੈਂ ਕਹਿ ਲੋ ਮੇਰਾ ਕੋਈ ਸੁਆਮੀ ਨਹੀਂ, ਤੇ ਗਿਆਨ ਅਵਸਥਾ ਤੋਂ ਵੀ ਅਣਜਾਣ ਹਾਂ, ਪੂਰੇ ਗੁਰਾਂ ਤੋਂ ਵੀ ਅਣਜਾਣ ਹਾਂ। ਸਮਰੱਥ ਤੇ ਹੀਨਾ, ਤੇ ਜਿਹੜਾ ਸਮਰੱਥਾ ਹੁੰਦੀ ਹੈ ਚੱਲਣ ਫਿਰਨ ਦੀ, ਉਸ ਤੋਂ ਵੀ ਹੀਣਾ ਹਾਂ। ਜਦ ਸਮਰੱਥ ਕਿਸੇ ਪੂਰੇ ਸੂਰੇ ਗੁਰੂ ਤੋਂ ਮੈਂ ਹੀਣਾ ਹਾਂ, ਆਉਣਾ ਹਾਂ। ਮੇਰੇ ਪਾਸ ਪੂਰੇ ਗੁਰੂ ਦਾ ਆਨੰਦ ਨਹੀਂ, ਨਗੁਰਾ ਹਾਂ। ਮਰਤ ਮੋਹਿ ਜੀਵਾਏ ਹੈ, ਤੇ ਪੁੱਤਰੀ ਤੂੰ ਆ ਸ਼ਬਦ ਸੁਣਾ ਕੇ ਮੈਨੂੰ ਮਰਦੇ ਨੂੰ, ਸਾਨੂੰ ਤੁਸੀਂ ਮਰਦੇ ਨੂੰ ਬਚਾ ਲਿਆ ਵੈ। ਤੇ ਹੁਣ ਰਹਿੰਦੀ ਕਸਰ ਵੀ ਕੱਢ ਦਿਓ, ਮਹਾਰਾਜ ਦੇ ਦਰਸ਼ਨ ਕਰਵਾ ਕੇ ਇਸ ਮੁਰਦੇ ਦੇ ਮੂੰਹ ਵਿੱਚ ਅੰਮ੍ਰਿਤ ਪਾ ਦੇਵੋ। ਹੇ ਸੁਤਾ ਪ੍ਰਬੀਨਾ, ਤੁਸੀਂ ਇਹ ਮੇਰੀ ਪੁੱਤਰੀ ਧੀਏ ਪ੍ਰਬੀਨ ਕਹੀਏ ਵਿਸ਼ੇਸ਼ ਸਿਆਣੇ ਸੁਗੜ ਤੁਸੀਂ ਹੋ ਬੀਬੀ ਅਮਰੋ ਨੂੰ। ਧੰਨ ਬਾਬਾ ਅਮਰਦਾਸ ਜੀ ਪਾਤਸ਼ਾਹ ਕਹਿ ਰਹੇ ਆ। ਸੁਨ ਅਮਰੋ ਨੇ ਪੁਨ ਪਨਿਓ, ਤੇ ਬਾਬਾ ਅਮਰਦਾਸ ਜੀਆਂ ਤੋਂ ਜਦੋਂ ਸੁਣੇ ਵੈ ਸ਼ਬਦ ਤੇ ਬੀਬੀ ਅਮਰੋ ਜੀ ਬੋਲੇ ਆ, ਤੁਮ ਬ੍ਰਿਧ ਹਮਾਰੇ, ਕਹਿੰਦੇ ਨਹੀਂ ਇਹ ਪਿਤਾ ਸਦਰਸ ਬਾਬਾ ਜੀ ਤੁਸੀਂ ਸਾਡੇ ਵੱਡੇ ਵਡੇਰੇ ਹੋ। ਕਿਆ ਨਹਿ ਮਾਨਾ ਬੈਨ ਕੋ, ਦੱਸੋ ਭਲਾ ਤੁਹਾਨੂੰ ਕਿਉਂ ਨਾ ਦਰਸ਼ਨ ਕਰਵਾਈਏ ਗੁਰੂ ਅੰਗਦ ਪਾਤਸ਼ਾਹ ਪਿਤਾ ਜੀ ਦੇ, ਤੁਸੀਂ ਸਾਡੇ ਵੱਡੇ ਹੋ ਤੇ ਤੁਹਾਨੂੰ ਕਿਉਂ ਨਾ ਅਸੀਂ ਤੁਹਾਡਾ ਬਚਨ ਮੰਨਾਂਗੇ, ਜ਼ਰੂਰ ਮੰਨਾਂਗੇ। ਮੈਂ ਬਿਨਾ ਵਿਚਾਰੇ, ਅਸੀਂ ਵਿਚਾਰ ਥੋੜਾ ਕਰਾਂਗੇ ਤੁਹਾਡੇ ਬਾਬਤ ਵੀ ਹੁਣ ਸੋਚਾਂਗੇ, ਨਹੀਂ ਬਾਬਾ ਜੀ ਤੁਸੀਂ ਸਾਡੇ ਪਿਤਾ ਦੇ ਸਦਰਸ ਹੋ ਅਤੇ ਅਸੀਂ ਹੁਣੇ ਹੀ ਤੁਹਾਨੂੰ ਸਤਿਗੁਰਾਂ ਦੇ ਦਰਸ਼ਨ ਕਰਵਾਵਾਂਗੇ। ਮੋਕਹ ਸਸੁਰ ਸਥਾਨ ਹੋ, ਤੁਸੀਂ ਸਾਡੇ ਸੰਸਾਰੀ ਰਿਸ਼ਤੇ ਵਿੱਚ ਸਹੁਰੇ ਦੀ ਥਾਵੇਂ ਲੱਗਦੇ ਹੋ, ਕਿਉਂਕਿ ਇਹ ਜਿਹੜੇ ਸਨ ਬਾਬਾ ਅਮਰਦਾਸ ਜੀ, ਉਹ ਬੀਬੀ ਅਮਰੋ ਜੀ ਦੇ ਸਹੁਰਾ ਬਾਬਾ ਈਸ਼ਰ ਦਾਸ ਜੀ ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਭਰਾਤਾ ਸਨ। ਤੇ ਬਾਬਾ ਅਮਰਦਾਸ ਜੀ ਫਿਰ ਇਹ ਰਿਸ਼ਤੇ ਵਿੱਚ ਸਹੁਰੇ ਲੱਗਦੇ ਸੀ ਬੀਬੀ ਅਮਰੋ ਜੀ ਦੇ। ਕਹਿੰਦੇ ਤੁਸੀਂ ਰਿਸ਼ਤੇ ਵਿੱਚ ਸਾਡੇ ਪਿਤਾ ਸਦਰਸ ਹੋ, ਸਹੁਰੇ ਲੱਗਦੇ ਹੋ। ਸਮ ਪਿਤਾ ਵਿਚਾਰਾ, ਅਸੀਂ ਤੁਹਾਨੂੰ ਸਦਾ ਆਪਦੇ ਪਿਤਾ ਦੇ ਸਮ ਵੇਖਿਆ ਵਿਚਾਰਿਆ ਹੈ। ਇੱਕ ਪ੍ਰੰਤ ਮੈਂ ਡਰਤਾ ਹਾਂ, ਪਰ ਇੱਕ ਜਿਹੜਾ ਵੈ ਨਾ ਉਹ ਕਾਰਨੋਂ ਅਸੀਂ ਡਰਦੇ ਹਾਂ। ਇੱਕ ਪ੍ਰੰਤ ਕਹਿੰਦੇ ਇੱਕ ਪ੍ਰੰਤ ਕਹੀਏ ਪਾਸਿਓਂ ਅਸੀਂ ਡਰਦੇ, ਇੱਕ ਗੱਲੋਂ ਪਰ ਅਸੀਂ ਡਰਦੇ ਹਾਂ। ਬਿਨ ਕਹੇ ਪਧਾਰਾਂ, ਵੀ ਅਸੀਂ ਉਹ ਬਿਨਾਂ ਕਹੇ ਨਹੀਂ ਤੁਹਾਨੂੰ ਲਿਜਾ ਸਕਦੇ। ਉਹ ਸੁਣੋ ਅਸੀਂ ਕਿਸ ਗੱਲੋਂ ਡਰਦੇ ਹਾਂ, ਤੁਹਾਨੂੰ ਕਿਉਂ ਨਹੀਂ ਦਰਸ਼ਨ ਕਰਾ ਸਕਦੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ। ਪਿਤ ਸਤਿਗੁਰ ਕੋ ਅਦਬ ਸੋ, ਜਿਹੜੇ ਸਾਡੇ ਪਿਤਾ ਹਨ ਨਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਬੀਬੀ ਜੀ ਕਹਿੰਦੇ ਇਹ ਬਾਬਾ ਜੀ ਅਸੀਂ ਉਹਨਾਂ ਦਾ ਬਹੁਤ ਅਦਬ ਤੇ ਸਤਿਕਾਰ ਕਰਦੇ, ਉਹਨਾਂ ਦੇ ਬਚਨਾਂ ਦਾ ਸਤਿਕਾਰ ਕਰਦੇ ਹਾਂ। ਦਰਸੋਂ ਦਰਸਨਾ, ਤੇ ਅਸੀਂ ਦਰਸ਼ਨ ਹਮੇਸ਼ਾ ਸਤਿਕਾਰ ਸਹਿਤ ਉਹਨਾਂ ਦਾ ਦਰਸ਼ਨ ਕੀਤਾ ਹੈ। ਤਿਨ ਰਜਾਏ ਮੈਂ ਨਿਤ ਰਹਾ, ਤੇ ਅਸੀਂ ਸਦਾ ਆਪਣੇ ਗੁਰੂ ਅੰਗਦ ਪਾਤਸ਼ਾਹ ਪਿਤਾ ਜੀ ਦੀ ਆਗਿਆ ਵਿੱਚ ਹੁਣ ਤੀਕਰ ਚੱਲੇ ਹਾਂ। ਬਹ ਕਰਾਂ ਪ੍ਰਸੰਨਾ, ਤਾਂ ਕਿ ਉਹਨਾਂ ਦੀ ਖੁਸ਼ੀ ਲੈ ਸਕੀਏ। ਅਸੀਂ ਆਪਣੇ ਪਿਤਾ ਜੀ ਨੂੰ ਸਦਾ ਖੁਸ਼ ਵੇਖਿਆ ਹੈ, ਸਦਾ ਅਸੀਂ ਉਹਨਾਂ ਦੀ ਆਗਿਆ ਵਿੱਚ ਰਹਿ ਕਰਕੇ ਖੁਸ਼ੀ ਲਈ ਹੈ ਪਿਤਾ ਜੀ ਦੀ। ਜਾਵਾ ਨਿਕਟ ਨਾ ਬਿਨ ਕਹੇ, ਤੇ ਅਸੀਂ ਉਹਨਾਂ ਨੂੰ ਦੱਸੇ ਬਿਨਾਂ ਉਹਨਾਂ ਦੇ ਪਾਸ ਨਹੀਂ ਜਾਵਾਂਗੇ, ਦੱਸੇ ਬਿਨਾਂ ਅਸੀਂ ਖਡੂਰ ਸਾਹਿਬ ਨਹੀਂ ਜਾਵਾਂਗੇ। ਬਿਨ ਬਿਦਾ ਨਾ ਆਵਾ, ਤੇ ਬਿਨਾਂ ਜਿੰਨਾ ਚਿਰ ਸਾਨੂੰ ਪਿਤਾ ਗੁਰੂ ਅੰਗਦ ਪਾਤਸ਼ਾਹ ਜੀ ਤੋਰਦੇ ਨਹੀਂ ਅਸੀਂ ਖਡੂਰ ਸਾਹਿਬ ਤੋਂ ਕਦੀ ਸਹੁਰੇ ਨਗਰ ਨਹੀਂ ਆਏ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਹੁਕਮ ਸੀ ਨਾ ਬੀਬੀ ਅਮਰੋ ਜੀਆਂ ਨੂੰ ਕਿ ਪੁੱਤਰੀ ਜਿੰਨਾ ਸਮਾਂ ਅਸੀਂ ਬੁਲਾਈਏ ਨਾ ਤੂੰ ਆਪਦੇ ਪੇਕੇ ਪਿੰਡ ਖਡੂਰ ਸਾਹਿਬ ਨਹੀਂ ਆਉਣਾ। ਜੇ ਆ ਗਿਓ ਬੁਲਾਏ ਤੇ ਫਿਰ ਉਹਨਾਂ ਸਮਾਂ ਜਾਣਾ ਨਹੀਂ ਜਿੰਨਾ ਸਮਾਂ ਅਸੀਂ ਇੱਥੇ ਤੈਨੂੰ ਤੋਰੀਏ ਨਾ। ਤੋ ਇਹ ਬੀਬੀ ਜੀ ਉਹ ਬਚਨ ਯਾਦ ਕਰਦੇ ਹੋਏ ਸੁਣਾ ਰਹੇ ਆ ਬਾਬਾ ਅਮਰਦਾਸ ਜੀਆਂ ਨੂੰ ਕਿ ਇਹ ਬਾਬਾ ਜੀ ਸਾਨੂੰ ਪਿਤਾ ਜੀ ਦਾ ਵਾਕ ਸ਼ਬਦ ਹੋਇਆ ਵੈ, ਉਪਦੇਸ਼ ਹੋਇਆ ਹੁਕਮ ਹੋਇਆ ਕਿ ਅਸੀਂ ਜਿਹੜਾ ਵੈ ਉਹਨਾਂ ਦੀ ਸੱਦਣਗੇ ਤੇ ਜਾਵਾਂਗੇ, ਤੇ ਜੇ ਉੱਥੋਂ ਤੋਰਦੇ ਆ ਤੇ ਫੇਰ ਅਸੀਂ ਆਈਦਾ, ਬਿਨਾਂ ਸੱਦੇ ਗਏ ਨਹੀਂ, ਬਿਨਾਂ ਭੇਜੇ ਤੇ ਅਸੀਂ ਕਦੇ ਵਾਪਸ ਨਹੀਂ ਮੁੜੇ। ਔਰ ਇਸ ਕਰ ਕੁਛ ਨਹਿ ਕਬ ਕਹੈ, ਵੀ ਅਸੀਂ ਨਹੀਂ ਚਾਹੁੰਦੇ ਵੀ ਗੁੱਸਾ ਕਰਕੇ ਅਸੀਂ ਬਚਨ ਮੋੜੀਏ ਤੇ ਗੁਰਪਿਤਾ ਜੀ ਗੁੱਸਾ ਕਰਕੇ ਮੁਖੋਂ ਕੋਈ ਹੋਰ ਬਚਨ ਕਰਨਾ। ਜਾਂ ਤੇ ਡਰ ਪਾਵਾ, ਇਸ ਕਰਕੇ ਅਸੀਂ ਆਪਦੇ ਸਤਿਗੁਰੂ ਪਿਤਾ ਜੀ ਦੇ ਬਚਨਾਂ ਤੋਂ ਬਹੁਤ ਡਰ ਮੰਨਦੇ ਹਾਂ, ਭੈ ਮੰਨਦੇ ਹਾਂ। ਸੁਣ ਬੋਲੇ ਸ਼੍ਰੀ ਅਮਰ ਜੀ, ਇਹ ਸੁਣ ਕੇ ਬੀਬੀ ਅਮਰੋ ਜੀ ਪਾਸੋਂ ਧੰਨ ਬਾਬਾ ਅਮਰਦਾਸ ਜੀ ਬੋਲੇ ਆ, ਤੂੰ ਮਤ ਕਰ ਚਿੰਤਾ, ਹੇ ਪੁੱਤਰੀ ਤੂੰ ਇਸ ਗੱਲ ਦੀ ਚਿੰਤਾ ਨਾ ਕਰ। ਅੰਤਰ ਜਾਮੀ ਘਟਨ ਕੇ, ਜਿਹੜੇ ਤੁਹਾਡੇ ਗੁਰਪਿਤਾ ਜੀ ਹਨ ਜਗਤ ਦੇ ਗੁਰੂ ਅੰਗਦ ਦੇਵ ਜੀ ਮਹਾਰਾਜ,
ਉਹ ਸਾਰੇ ਸੰਸਾਰ ਦੇ ਗੁਰੂ ਹੈ ਅਰ ਅੰਤਰਜਾਮੀ ਹੈ, ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਹਨ। ਹੋਏ ਜੇ ਭਗਵੰਤਾ ਜੇ ਅੰਤਰਜਾਮੀ ਹੋਏ ਨਾ, ਖਟ ਭਗਾ ਸੰਪੰਨ ਹੋਏ ਧੰਨ ਗੁਰੂ ਅੰਗਦ ਪਾਤਸ਼ਾਹ ਜੀ, ਤਾਂ ਨਾ ਕਰਹਿ ਮਨ ਭੰਗ ਕੋ। ਫਿਰ ਮਨ ਨਹੀਂ ਜਿਹੜਾ ਵਾ ਭੰਗ ਕਰਨਗੇ, ਦਿਲ ਨਹੀਂ ਦਿਖਾਉਣਗੇ ਇਸ ਨਗੁਰੇ ਦਾ, ਸਾਨੂੰ ਜ਼ਰੂਰ ਆਪਦੇ ਲੜ ਲਾਉਣਗੇ। ਫੇਰ ਹੈ ਮਨ ਪ੍ਰੇਮਾ ਕਿਉਂਕਿ ਤੁਸੀਂ ਤਾਂ ਪਰਉਪਕਾਰ ਕਰਨ ਵਾਸਤੇ ਲੈ ਕੇ ਚੱਲੇ ਹੋ, ਸਾਡੇ ਕਹੇ ਤੇ ਲੈ ਕੇ ਚੱਲੇ ਹੋ ਪਰਉਪਕਾਰ ਕਰਨ ਵਾਸਤੇ। ਅਰ ਜੇ ਅੰਤਰਜਾਮੀ ਹੋਏ ਗੁਰੂ ਅੰਗਦ ਪਾਤਸ਼ਾਹ ਜੀ ਤੇ ਫਿਰ ਵੇਖਿਆ ਜੇ ਜ਼ਰੂਰ ਸਾਨੂੰ ਪ੍ਰੇਮ ਦੀ ਨਿਗਾਹ ਦੇ ਨਾਲ ਵੇਖਣਗੇ। ਦਾਸ ਜਾਣ ਟਿਗ ਰੱਖ ਹੈ ਤੇ ਆਪਦਾ ਦਾਸ ਗੋਲਾ ਜਾਣ ਕਰਕੇ ਆਪਦੇ ਪਾਸ ਹੀ ਇੱਥੇ ਖਡੂਰ ਸਾਹਿਬ ਰੱਖ ਲੈਣਗੇ। ਦੈ ਹੈ ਮਗ ਛੰਨਾ ਤੇ ਫਿਰ ਇਸ ਛੇਮਾ ਜਿਹੜਾ ਵੈ ਛਿਮਾ ਦਾ ਰਸਤਾ, ਜਿਹੜਾ ਸਾਨੂੰ ਛਿਮਾ ਦੁਆਰਾ ਰਾਹ ਦੇਣਾ ਕਰਨਗੇ। ਬ੍ਰਿਧ ਬਿਨੈ ਸੁਨ ਦੀਨ ਕੀ ਇਸ ਬ੍ਰਿਧ ਬੁੱਢੇ ਬਜ਼ੁਰਗ ਦੀ ਇਹ ਪੁੱਤਰੀ ਤੂੰ ਬੇਨਤੀ ਸੁਣ ਲੈ। ਅਮਰੋ ਕਰ ਤਿਆਰੀ ਤੇ ਇਹ ਸੁਣ ਕੇ ਨਾ ਸ੍ਰੀ ਅਮਰਦਾਸ ਬਾਬਾ ਜੀ ਦੀ ਬੇਨਤੀ ਜਦ ਸੁਣੀ ਬੀਬੀ ਅਮਰੋ ਜੀਆਂ, ਤੇ ਫਿਰ ਬੀਬੀ ਅਮਰੋ ਜੀਆਂ ਤਿਆਰੀ ਕਰ ਲਈ ਖਡੂਰ ਸਾਹਿਬ ਜਾਣ ਦੀ। ਜੀਵਰ ਲਿਏ ਹਕਾਰ ਕੈ ਜਿਹੜੇ ਉਹ ਹੁਣ ਚੁੱਕਣ ਵਾਲੇ ਹੁੰਦੇ ਆ ਨਾ ਪਾਲਕੀ, ਉਹ ਪਹਿਲਾਂ ਮਾਈਆਂ ਡੋਲੇ ਪਾਲਕੀਆਂ ਵਿੱਚ ਚੜ ਕੇ ਜਿਵੇਂ ਜਾਂਦੇ ਸੀ, ਉਹ ਚੁਕਾਵੇ ਜਿਹੜੇ ਵਾ ਸੱਦ ਲਏ ਹਨ ਪਾਸ। ਚੜ ਕਰ ਅਸਵਾਰੀ ਤੇ ਅਸਵਾਰੀ ਹੋ ਕਰਕੇ ਉਹ ਡੋਲੀ ਵਿੱਚ ਜਾਂ ਪਾਲਕੀ ਵਿੱਚ ਬੀਬੀ ਅਮਰੋ ਜੀ ਚੱਲੇ ਆ। ਚੱਲੇ ਪੰਥ ਸੁਭ ਸ਼ਗਨ ਤੇ ਜਦੋਂ ਇਹ ਚੱਲੇ ਆ ਖਡੂਰ ਸਾਹਿਬ ਨੂੰ ਬਾਸਰ ਕੇ ਨਗਰ ਤੋਂ, ਸ਼ੁਭ ਸ਼੍ਰੇਸ਼ਟ ਜਿਹੜਾ ਸ਼ਗਨ ਕੀ ਹੋਇਆ ਹੈ। ਸੁਭ ਬਹੀ ਸਮੀਰਾ ਠੰਡੀ ਜਿਹੜੀ ਪੌਣ ਦੇ ਬੁੱਲੇ ਖਡੂਰ ਸਾਹਿਬ ਵਾਲੇ ਪਾਸਿਓਂ ਤਦੇ ਹੀ ਆਉਣ ਲੱਗ ਗਏ ਆ। ਜਦੋਂ ਹੀ ਇੱਥੋਂ ਬਾਸਰ ਕੇ ਤੋਂ ਤੁਰੇ ਆ ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਨਾਲ ਲੈ ਕੇ ਚੱਲੇ ਵਾ ਪੂਰੇ ਸਤਿਗੁਰਾਂ ਦਾ ਮਿਲਾਪ ਕਰਵਾਉਣ, ਤੇ ਖਡੂਰ ਸਾਹਿਬ ਦੇ ਪਾਵਨ ਨਗਰ ਵਾਲੇ ਪਾਸਿਓਂ ਉਦੋਂ ਹੀ ਠੰਡੇ ਹਵਾ ਦੇ ਬੁੱਲੇ ਆਉਣ ਲੱਗੇ ਆ। ਪਰਖਤ ਹਰਖਤ ਚਿਤ ਮਹਿ ਤੇ ਵੇਖ ਕੇ ਨਾ ਪਰਖਿਆ ਵੀ ਇਹ ਤਾਂ ਠੰਡੇ ਬੁੱਲੇ ਖਡੂਰ ਸਾਹਿਬ ਤੋਂ ਹੁਣੇ ਹੀ ਆਉਣ ਲੱਗੇ ਆ। ਤੇ ਬਾਬਾ ਅਮਰਦਾਸ ਜੀਆਂ ਮਨ ਵਿੱਚ ਵਿਚਾਰ ਕੀਤੀ ਹੈ ਹੋਏ ਕਾਜ ਗਹੀਰਾ ਕਿ ਜਿਹੜਾ ਅਸੀਂ ਸਤਿਗੁਰੂ ਪਰਮੇਸ਼ਰ ਧਾਰਨ ਵਾਲਾ ਕਾਰਜ ਲੈ ਕੇ ਚੱਲੇ ਆ ਨਾ, ਹਿਰਦੇ ਵਿੱਚ ਮਨ ਨੂੰ ਸਾਡਾ ਹੁਣੇ ਹੀ ਪੂਰਾ ਹੋ ਗਿਆ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਅੱਗੋਂ ਹੀ ਠੰਡੇ ਪਾਉਣ ਦੇ ਬੁੱਲੇ ਛੱਡ ਦਿੱਤੇ ਆ। ਸਨੇ ਸਨੇ ਮਾਰਗ ਚੱਲੇ ਧੀਰੇ ਧੀਰੇ ਫਿਰ ਇਸ ਪ੍ਰਕਾਰ ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਦੇ ਰਸਤੇ ਚੱਲ ਰਹੇ ਆ। ਵੇਖ ਗ੍ਰਾਮ ਖਡੂਰਾ ਜਦੋਂ ਲਾਗੇ ਖਡੂਰ ਸਾਹਿਬ ਨਗਰ ਆਇਆ, ਵੇਖਿਆ ਬੀਬੀ ਜੀਆਂ ਨੇ। ਬੀਬੀ ਅਮਰ ਤਬ ਕਹਿਓ ਤੇ ਬੀਬੀ ਅਮਰੋ ਜੀਆਂ ਬਾਬਾ ਅਮਰਦਾਸ ਜੀ ਨੂੰ ਆਖਿਆ ਹੈ ਪਿਤ ਸਤਿਗੁਰ ਪੂਰਾ ਕਿ ਸਾਡੇ ਜਿਹੜੇ ਗੁਰਪਿਤਾ ਜੀ ਹਨ ਪੂਰੇ ਸਤਿਗੁਰੂ, ਗ੍ਰਾਮ ਨਿਕਟ ਤੁਮ ਬੈਠੀਏ ਤੇ ਇਉਂ ਕਰੋ ਤੁਸੀਂ ਇਹ ਪਿਤਾ ਸਮਾਨ ਬਾਬਾ ਅਮਰਦਾਸ ਜੀ, ਇੱਥੇ ਨਗਰ ਦੇ ਬਾਹਰ ਵਾਰੀ ਤੁਸੀਂ ਇੱਥੇ ਹੀ ਬੈਠ ਜਾਵੋ। ਮੈਂ ਜਾਉ ਅਗਾਰੀ ਪਹਿਲਾਂ ਅਸੀਂ ਪਿਤਾ ਜੀ ਦੇ ਦਰਸ਼ਨ ਕਰਾਂਗੇ, ਪਿਤਾ ਜੀ ਦੀ ਪਹਿਲਾਂ ਆਗਿਆ ਲਵਾਂਗੇ ਤੁਹਾਡੇ ਮਿਲਣ ਬਾਬਤ। ਵੇਖ ਸੁਭਾਵ ਸਤਿਗੁਰੂ ਕੋ ਫਿਰ ਵੇਖਾਂਗੇ ਮਹਾਰਾਜ ਕੀ ਆਗਿਆ ਕਰਦੇ। ਮਹਾਰਾਜ ਦਾ ਸੁਭਾਅ ਵੇਖ ਕੇ ਸਤਿਗੁਰਾਂ ਦਾ ਪਣ ਲੈ ਹੰਕ ਹਕਾਰੀ ਤੇ ਤੁਹਾਨੂੰ ਬੁਲਾ ਲਵਾਂਗੇ ਅਸੀਂ। ਤੁਸੀਂ ਇੱਕ ਵਾਰੀ ਇੱਥੇ ਨਗਰ ਦੇ ਬਾਹਰ ਹੀ ਬੈਠ ਜਾਓ, ਅਸੀਂ ਜਾਣੇ ਆ ਤੇ ਮਹਾਰਾਜ ਦੀ ਆਗਿਆ ਲੈ ਲਈਏ ਗੁਰੂ ਪਿਤਾ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ, ਤੇ ਫੇਰ ਬੌੜੋ ਤੁਹਾਨੂੰ ਅਸੀਂ ਸੱਦਾ ਭੇਜਾਂਗੇ, ਤੁਸੀਂ ਆ ਜਾਣਾ ਦਰਸ਼ਨ ਕਰਨ ਵਾਸਤੇ। ਆਗਿਆ ਕਰਹਿ ਪ੍ਰਸੰਨ ਹੋਏ ਜੇ ਖੁਸ਼ ਹੋ ਕਰਕੇ ਗੁਰੂ ਅੰਗਦ ਪਾਤਸ਼ਾਹ ਜੀ ਆਗਿਆ ਕਰਨਗੇ ਤੁਹਾਨੂੰ ਮਿਲਣ ਬਾਬਤ। ਪੁੱਛਾਂ ਜਬ ਜਾਈ ਜਦੋਂ ਅਸੀਂ ਜਾ ਕੇ ਪੁੱਛਾਂਗੇ ਨਾ ਵੀ ਤੁਸੀਂ ਮਿਲਣ ਆਏ ਹੋ, ਮਿਲਹਾ ਬਾਹਰ ਟਿਕ ਰਹਾ ਤਿਨ ਤੇ ਉਸ ਤੋਂ ਬਾਅਦ ਤੁਸੀਂ ਮਿਲ ਲਿਆ ਜੇ ਸਤਿਗੁਰਾਂ ਨੂੰ, ਤੇ ਚਾਹੇ ਉੱਥੇ ਹੀ ਰਹਿ ਪਿਆ ਜੇ ਫਿਰ ਜਿਵੇਂ ਭਾਇਆ ਗੁਰੂ ਅੰਗਦ ਪਾਤਸ਼ਾਹ ਪਿਤਾ ਜੀ ਨੂੰ। ਲੱਖ ਚੱਲਹ ਰਜਾਈ ਤੇ ਉਹਨਾਂ ਦੀ ਫਿਰ ਜਿਵੇਂ ਆਗਿਆ ਹੋਊਗੀ, ਆਗਿਆ ਜਾਣ ਕਰਕੇ ਗੁਰੂ ਅੰਗਦ ਪਾਤਸ਼ਾਹ ਦੇ ਭਾਣੇ ਵਿੱਚ ਹੀ ਫਿਰ ਤੁਸੀਂ ਬਾਬਾ ਅਮਰਦਾਸ ਜੀ ਜਿਵੇਂ ਬਤੀਤ ਹੋਈ ਫਿਰ ਕਰ ਲੈਣਾ। ਏਮ ਧੀਰਜ ਦੇ ਕਰ ਭਲੇ ਇਹੋ ਜਿਹਾ ਧੀਰਜ ਦਿੱਤਾ ਬੀਬੀ ਅਮਰੋ ਜੀਆਂ ਚੰਗੀ ਤਰ੍ਹਾਂ। ਚੱਲ ਗਈ ਅਗਾਰੇ ਤੇ ਆਪ ਜਿਹੜੇ ਵਾ ਉਹ ਇਹਨਾਂ ਨੂੰ ਇੱਥੇ ਬਿਠਾ ਗਏ ਬਾਹਰ ਖਡੂਰ ਸਾਹਿਬ ਦੇ ਨਗਰ ਦੇ। ਆਪ ਬੀਬੀ ਅਮਰੋ ਜੀ ਚੱਲੇ ਆ ਸਤਿਗੁਰਾਂ ਦੇ ਦਰਸ਼ਨ ਕਰਨ ਘਰ ਵੱਲ ਨੂੰ। ਪਿਤਾ ਸਾਥ ਹਿਤ ਕਰ ਮਿਲੀ ਜਾ ਕਰਕੇ ਧੰਨ ਬੀਬੀ ਅਮਰੋ ਜੀ